जे 328 ਸਰੂਪਾਂ ਦਾ ਮੁਕੱਦਮਾ ਚੋਰੀ ਦਾ ਬਾਦਲਕਿਆਂ ਤੇ ਹੋਇਆ ਹੁੰਦਾ ਤੇ ਵੱਡੇ ਚੋਰਾਂ ਤੇ ਸਕੰਜਾ ਕੱਸਿਆ ਹੁੰਦਾ ਤੇ ਨਿੱਕੇ ਚੋਰਾਂ ਦੀ ਹਿੰਮਤ ਨਹੀਂ ਸੀ ਪੈਣੀ। ਜਿਹੜੀ ਗੱਲ ਬਾਦਲਕਿਆਂ ਸ਼ੁਰੂ ਕੀਤੀ ਤੇ ਕਰਵਾਈ, ਅੱਜ ਉਹ ਚਾਹੁੰਦੇ ਨੇ ਕਿ ਕੱਲੀ ਸਾਡੇ ਤੇ ਆਉਂਦੀ ਸੀ ਸਾਰਿਆਂ ਤੇ ਆ ਜਾਏ। ਬਦਕਿਸਮਤੀ ਬਾਦਲਕਿਆਂ ਦੇ ਨਾਲ ਪਹਿਲਾਂ ਕੈਪਟਨ ਕੇ ਰਲੇ ਹੋਏ ਸਨ, ਅੱਜ ਇਹ ਭਗਵੰਤ ਮਾਨ ਵੀ ਰਲ ਗਿਆ। ਇਹ ਤਾਂ ਇਹਨਾਂ ਦੀਆਂ ਪੱਗਾਂ ਹੀ ਨੀਲੀਆਂ ਨੇ, ਕਰਤੂਤਾਂ ਤੇ ਉਹਨੂੰ ਵੱਧ ਕਾਲੀਆਂ ਨੇ ਇਹਨਾਂ ਦੀਆਂ। ਇਸ ਲਈ ਇਹ ਸਾਰੇ ਕਰਤੇ ਧਰਤੇ ਦੇ ਜ਼ਿੰਮੇਵਾਰ ਨੇ। ਜੇ ਦਿੱਲੀ ਕਮੇਟੀ ਨਾ ਬਣ ਦਿੱਤੀ ਹੁੰਦੀ, ਅੱਜ ਪਾਕਿਸਤਾਨ ਤੇ ਹਰਿਆਣਾ ਕਮੇਟੀ ਤੇ ਪੰਜਾਬ ਨਹੀਂ ਸੀ ਬਣਨੀ। ਇਹਦੇ ਲਈ ਬਾਦਲ ਜ਼ਿੰਮੇਵਾਰ ਨੇ। ਮੂੰਹ ਤੇ ਉਹ ਕਾਲਖ ਮਲੀ ਜਿਹੜੀ ਕਦੇ ਇਹਨੂੰ ਇਤਿਹਾਸ ਨੇ ਮਾਫ ਨਹੀਂ ਕਰਨਾ। ਖਲੋ ਜੋ ਥੋੜਾ ਸਮਾਂ, ਅਜੇ ਤੇ ਇਹਨਾਂ ਨੇ ਹਰਿਆਣਾ, ਪੰਜਾਬ, ਪਾਕਿਸਤਾਨ, ਦਿੱਲੀ ਕਮੇਟੀ ਬਣੀ ਆ ਨਾ, ਹੁਣ ਅੱਗੇ ਦੇਖਿਓ ਮਾਝਾ, ਮਾਲਵਾ, ਦੁਆਬਾ ਵੀ ਬਣੂ, ਫਿਰ ਦਿਹਾਤੀ ਤੇ ਸ਼ਹਿਰੀ ਬਣੂ। ਪੁਲਿਸ ਦੇ ਕੰਮ ਵੇਖੋ ਵੀ ਮਰਦਾਨਗੀ ਵਿਖਾਉਣੀ ਸੀ ਤੇ ਉਧਰ ਵਿਖਾਉਂਦੇ ਹੋ ਵੀ 328 ਸਰੂਪਾਂ ਦੇ ਚੋਰਾਂ ਨੂੰ ਫੜੋ। ਗੁਰੂ ਘਰ ਦੇ ਗ੍ਰੰਥੀਆਂ ਤੇ ਪਰਚੇ ਕਰਕੇ ਇਹ ਪਾਪਾਂ ਦੀ ਪੰਡ ਬੰਨ੍ਹ ਰਹੇ ਹੋ, ਕਿੱਥੇ ਬਖਸ਼ੇ ਜਾਓਗੇ ਤੁਸੀਂ? ਪੰਜਾਬ ਵਾਲਿਆਂ ਨੇ ਜਿਹੜੀ ਕੱਲ ਪਾਲਕੀ ਸਾਹਿਬ ਰੋਕੀ ਤੇ ਭਗਵੰਤ ਮਾਨ ਦੀ ਸਰਕਾਰ ਨੇ ਇਹ ਕੱਲ ਇੱਕ ਘਿਨਾਉਣੀ ਹਰਕਤ ਕੀਤੀ, ਬੇਅਦਬੀ ਕੀਤੀ ਹੈ। ਇੱਥੇ ਤੇ ਹੁਣ ਪਰਚਾ ਭਗਵੰਤ ਮਾਨ ਤੇ ਵੀ ਬਣਦਾ ਹੈ। ਇੰਦਰਾ ਗਾਂਧੀ ਨੇ ਐਮਰਜੈਂਸੀ ਲਾਉਣ ਦੇ ਬਾਵਜੂਦ ਵੀ ਪਾਲਕੀ ਸਾਹਿਬ ਨਗਰ ਕੀਰਤਨ 5 ਪਿਆਰਿਆਂ ਨੂੰ ਮੁੱਖ ਰੱਖਿਆ। ਉਹਨੇ ਵੀ ਕਿਤੇ ਨਾ ਕਿਤੇ ਆਪਣੇ ਕਦਮ ਪਿਛਾਂਹ ਕੀਤੇ। ਕਦੇ ਜਹਾਂਗੀਰ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਕੈਦ ਕੀਤਾ। ਮਾਰਚ ਬਾਬਾ ਬੁੱਢਾ ਵੀ ਲੈ ਕੇ ਜਾਂਦਾ ਗਵਾਲੀਅਰ, ਪਰ ਜਹਾਂਗੀਰ ਨੇ ਮਾਰਚ ਨਹੀਂ ਰੋਕਿਆ, ਕਿਤੇ ਮੈਂ ਨਹੀਂ ਪੜ੍ਹਿਆ। ਔਰੰਗਜ਼ੇਬ ਨੂੰ ਜਫਰਨਾਮਾ ਸਿੱਖ ਦੇਣ ਜਾਂਦੇ ਨੇ, ਪਰ ਔਰੰਗਜ਼ੇਬ ਨੇ ਰੋਕਿਆ ਨਹੀਂ। ਸਿੱਖ ਆਏ ਨੇ ਜਫਰਨਾਮਾ ਲੈ ਕੇ ਮੇਰੇ ਤੱਕ ਆਉਣ ਦਿਓ। ਜਿਹੜੀਆਂ ਸਰਕਾਰਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਰੋਕਦੀਆਂ ਹੋਣ ਤੇ ਚੋਰਾਂ ਦਾ ਸਾਥ ਦਿੰਦੀਆਂ ਹੋਣ, ਇਹਨਾਂ ਤੋਂ ਆਪਾਂ ਪੰਜਾਬ, ਪੰਥ, ਨੌਜਵਾਨੀ, ਕਿਸਾਨੀ, ਅਜ਼ਮਤ, ਸਨਅਤ, ਸਿਹਤ, ਸਿੱਖਿਆ, ਪੌਣ, ਪਾਣੀ, ਧਰਤੀ, ਜਾਨ, ਮਾਲ, ਇੱਜ਼ਤ ਦੀ ਰਾਖੀ ਦੀ ਆਸ ਕੀ ਕਰ ਸਕਦੇ? ਸਤਿ ਸ਼੍ਰੀ ਅਕਾਲ। ਔਨ 에ਅਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਰਮਨਤੂਰ। ਅੰਮ੍ਰਿਤਸਰ ਸਾਹਿਬ ਦੇ ਵਿੱਚ ਮੌਜੂਦ ਹਾਂ ਤੇ ਭਾਈ ਬਲਦੇਵ ਸਿੰਘ ਵਡਾਲਾ, ਜਿਨ੍ਹਾਂ ਦੇ ਨਾਮ ਤੋਂ ਸਾਰੀ ਸਿੱਖ ਸੰਗਤ ਜਾਣੂ ਹੈ। ਇਹਨਾਂ ਦੀ ਮਿੱਠੀ ਆਵਾਜ਼ ਜਿਹੜੀ ਕਿ ਦਰਬਾਰ ਸਾਹਿਬ ਦੇ ਵਿੱਚੋਂ ਹਮੇਸ਼ਾ ਗੂੰਜਦੀ ਰਹੀ ਹੈ। ਇਹਨਾਂ ਦੀ ਮਿੱਠੀ ਆਵਾਜ਼ ਦੇ ਵਿੱਚ ਸਾਰੀ ਦੀ ਸਾਰੀ ਸੰਗਤ ਹਮੇਸ਼ਾ ਸ਼ਬਦ ਕੀਰਤਨ ਸਰਵਣ ਕਰਦੀ ਰਹੀ ਹੈ। ਪਰ ਪਿਛਲੇ 2 ਸਾਲਾਂ ਤੋਂ ਇਹ 328 ਸਰੂਪ ਜਿਹੜੇ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਕਿ ਗੁੰਮ ਹੋਏ, ਉਹਨਾਂ ਦੇ ਨਿਆਂ ਦੇ ਲਈ, ਉਹਨਾਂ ਨੂੰ ਲੱਭਣ ਦੇ ਲਈ ਲਗਾਤਾਰ ਸੰਘਰਸ਼ ਲੜ ਰਹੇ ਨੇ। ਤੇ ਕੱਲ ਜਿਸ ਤਰੀਕੇ ਦੇ ਨਾਲ ਖਬਰਾਂ ਆਈਆਂ, ਜਿਸ ਤਰੀਕੇ ਦੇ ਨਾਲ ਜਿਹੜੀ ਪੰਜਾਬ ਦੇ ਵਿੱਚ ਨਵਾਂ ਬਦਲ ਲੋਕਾਂ ਨੇ ਲੱਭ ਕੇ ਲਿਆਂਦਾ ਸਾਹਮਣੇ, ਉਹਨਾਂ ਤੋਂ ਵੀ ਕੋਸ਼ਿਸ਼ ਕਰ ਰਹੇ ਨੇ ਕਿ ਹੁਣ ਉਹਨਾਂ ਦਾ ਧਿਆਨ, ਉਹ ਸਰਕਾਰ ਦਾ ਧਿਆਨ ਜਿਹੜਾ ਇਸ ਚੀਜ਼ ਦੇ ਵੱਲ ਜਾਵੇ ਤੇ ਘੱਟੋ ਘੱਟ ਨਵੀਂ ਸਰਕਾਰ ਜਿਹੜੀ ਚੁਣ ਕੇ ਲੋਕਾਂ ਨੇ ਲੈ ਕੇ ਆਂਦੀ ਆ, ਉਹਦੇ ਤੋਂ ਨਿਆਂ ਦੀ ਉਮੀਦ ਦੇ ਵਿੱਚ ਉਸ ਦਾ ਦਰ ਖੜਕਾਉਣ ਦੀ ਕੋਸ਼ਿਸ਼ ਇਹਨਾਂ ਨੇ ਕੀਤੀ। ਔਰ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਜਿਹੜਾ ਨਗਰ ਕੀਰਤਨ ਦੇ ਰੂਪ ਦੇ ਵਿੱਚ ਸੰਗਰੂਰ ਦੇ ਵਿੱਚ ਸੀਐਮ ਮਾਨ ਦੇ ਘਰ ਦੇ ਬਾਹਰ ਤੱਕ ਜਿਹੜਾ ਉਹ ਨਗਰ ਕੀਰਤਨ ਲੈ ਕੇ ਜਾਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ। ਪਰ ਰਸਤੇ ਦੇ ਵਿੱਚ ਕੀ ਕੁਝ ਹੋਇਆ, ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਇਹ ਸੰਘਰਸ਼ ਜਿਹੜਾ ਹੁਣ ਜਿਹੜਾ 2 ਸਾਲ ਹੋਣ ਤੋਂ ਬਾਅਦ ਕਿੱਥੇ ਤੱਕ ਪਹੁੰਚਿਆ ਤੇ ਕੀ ਕੁਝ ਇਹਦੇ ਵਿੱਚ ਹੁਣ ਤੱਕ ਹੋਇਆ ਤੇ ਕੀ ਹੁਣ ਜਿਹੜੀ ਆ ਕੋਈ ਆਸ ਬੱਝੀ ਕਿ ਨਹੀਂ ਬੱਝੀ, ਤੇ ਇਹਦੇ ਸਮੇਤ ਕੁਝ ਹੋਰ ਜਿਹੜੀਆਂ ਹੁਣ ਤੱਕ ਦੀਆਂ ਗਤੀਵਿਧੀਆਂ ਉਹਦੇ ਉੱਤੇ ਵਿਚਾਰ ਚਰਚਾ ਕਰਾਂਗੇ। ਪਹਿਲਾਂ ਭਾਈ ਸਾਹਿਬ ਦਾ ਸਵਾਗਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ, ਸਭ ਤੋਂ ਪਹਿਲਾਂ ਤਾਂ ਕਿਉਂਕਿ ਕੱਲ ਜਿਸ ਤਰੀਕੇ ਦੇ ਨਾਲ ਤੁਸੀਂ ਗਏ ਸੀ, 2 ਸਾਲ ਹੋ ਗਏ ਆ ਔਰ ਲਗਾਤਾਰ ਤੁਸੀਂ ਸੰਘਰਸ਼ ਇਸ ਚੀਜ਼ ਦੇ ਬਾਰੇ 'ਚ ਕਰ ਰਹੇ ਹੋ। ਪਹਿਲਾਂ ਤਾਂ ਉਸ ਚੀਜ਼ ਦੇ ਉੱਤੇ ਆ ਜਾਂਦੇ ਹਾਂ ਕਿ ਕੱਲ 2 ਸਾਲ ਹੋਏ ਸੀਗੇ ਔਰ ਤੁਸੀਂ ਜਿਸ ਤਰੀਕੇ ਨਾਲ ਨਗਰ ਕੀਰਤਨ ਕੀਤਾ, ਤੁਸੀਂ ਦੱਸ ਰਹੇ ਸੀਗੇ ਕਿ ਇੱਕ ਤਰੀਕੇ ਦੇ ਨਾਲ ਜਿਹੜਾ ਨਿਰਾਦਰ ਹੋਇਆ ਕਿਉਂਕਿ ਗੁਰੂ ਸਾਹਿਬ ਦੀ ਜਿਹੜੀ ਆ ਭੀੜ ਤੁਹਾਡੇ ਨਾਲ ਸੀ। ਕੀ ਹੋਇਆ ਸੀ? ਤੁਸੀਂ ਫਤਿਹਗੜ੍ਹ ਸਾਹਿਬ ਤੋਂ ਚੱਲੇ ਔਰ ਕਾਫੀ ਹੱਦ ਤੱਕ ਸੰਗਤ ਜਿਹੜੀ ਆ ਨਾਲ ਤੋਂ ਤੁਸੀਂ ਅੱਗੇ ਵੀ ਵਧੇ, ਪਰ ਕੀ ਸੰਗਰੂਰ ਤੱਕ ਪਹੁੰਚਣਾ ਹੋਇਆ ਔਰ ਸੀਐਮ ਸਾਹਿਬ ਨੇ ਤੁਹਾਡੀ ਗੱਲ ਸੁਣੀ? ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਤਹਿਤ ਸਿੱਖ ਸਦਭਾਵਨਾ ਦਲ ਵੱਲੋਂ ਅਸੀਂ 2 ਸਾਲ ਤੋਂ ਇਸ ਜਗ੍ਹਾ ਤੇ ਬੈਠ ਕੇ ਪੰਥਕ ਹੋਕਾ ਦੇ ਰਹੇ ਹਾਂ। 328 ਸਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਬਾਦਲਕਿਆਂ ਵੱਲੋਂ ਚੋਰੀ ਦਿੱਤੇ ਗਏ।
9,92,886 ਅੰਗ ਚੋਰੀ ਛਾਪੇ ਗਏ। 9,82,700 ਰੁਪਈਆ ਭੇਟਾ ਖਾਧੀ ਗਈ ਚੋਰੀ 'ਚ। 2,04,536 ਅੰਗ ਲਾਪਤਾ ਕਰ ਦਿੱਤੇ ਗਏ। 10 ਲੱਖ ਫਰਮੇ ਠੇਕੇਦਾਰ ਪ੍ਰਾਈਵੇਟ ਬੰਦਿਆਂ ਨੂੰ ਦੇ ਦਿੱਤੇ ਗਏ। ਸੈਂਕੜੇ ਸਰੂਪ ਅੱਗ ਦੀ ਭੇਟ ਚੜ੍ਹ ਗਏ। ਸੰਗਤ ਨੂੰ ਕੇਵਲ 9 ਦੱਸੇ ਗਏ। ਇਹ ਐਡਵੋਕੇਟ ਈਸ਼ਰ ਸਿੰਘ ਦੀ ਉਹ ਪੜਤਾਲੀਆ ਰਿਪੋਰਟ ਹੈ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਰਹਿਨਮਾਈ ਹੇਠ ਸ਼੍ਰੋਮਣੀ ਕਮੇਟੀ ਨੇ ਖੁਦ ਕਰਵਾਈ। ਇਸ ਸੰਗੀਨ ਜੁਰਮ ਵਾਸਤੇ ਅਸੀਂ ਉਹੀ ਗੱਲ ਕਹਿ ਰਹੇ ਹਾਂ ਜਿਹੜੀ ਸ਼੍ਰੋਮਣੀ ਕਮੇਟੀ ਨੇ ਖੁਦ ਕਹੀ ਹੋਈ ਹੈ ਕਿ ਦੋਸ਼ੀਆਂ ਤੇ ਕਾਰਵਾਈ ਅਸੀਂ ਕਰਵਾਵਾਂਗੇ। ਜਦੋਂ ਉਹ ਭੱਜੇ ਨੇ ਅਸੀਂ ਉਸ ਗੱਲ ਨੂੰ ਸੰਗਤਾਂ ਦੇ ਸਾਹਮਣੇ ਵੀ ਰੱਖ ਰਹੇ ਹਾਂ, ਪ੍ਰਸ਼ਾਸਨ ਸਰਕਾਰ ਤੇ ਅਦਾਲਤਾਂ ਦੇ ਸਾਹਮਣੇ ਵੀ ਰੱਖ ਰਹੇ ਹਾਂ। ਪਰ 2 ਸਾਲਾਂ ਤੋਂ ਸਾਨੂੰ ਇੱਥੇ ਬੈਠਿਆਂ ਨੂੰ ਕੋਈ ਇਨਸਾਫ ਨਹੀਂ ਮਿਲਿਆ। ਸਰਕਾਰਾਂ ਵੀ ਬਦਲੀਆਂ, ਅਦਾਲਤਾਂ ਤਰੀਕਾਂ ਦਿੱਤੀਆਂ ਤੇ ਪ੍ਰਸ਼ਾਸਨ 3 ਪੜ੍ਹੇ ਮੰਤਰੀਆਂ ਦੀਆਂ ਰਖੇਲਾਂ ਬਣ ਕੇ ਰਹਿ ਗਏ। ਉਹਨਾਂ ਨੂੰ ਕਾਨੂੰਨ ਦਾ ਫਿਕਰ ਨਹੀਂ, ਮੰਤਰੀਆਂ ਦਾ ਫਿਕਰ ਹੈ, ਉਹਨਾਂ ਦੀ ਗੱਲ ਸੁਣਦੇ ਆ। ਔਰ ਅਸੀਂ ਸੋਚਿਆ ਵੀ ਚਲੋ ਬਦਲਾਅ ਆਇਆ, ਮੁੱਖ ਮੰਤਰੀ ਦੇ ਘਰ ਤੱਕ ਜਾਂਦੇ ਹਾਂ। 20 ਅਗਸਤ ਨੂੰ ਅਸੀਂ 200 ਗੱਡੀਆਂ ਦਾ ਕਾਫਲਾ ਸੰਗਰੂਰ ਘਰ ਤੱਕ ਪਹੁੰਚੇ ਹਾਂ ਭਗਵੰਤ ਮਾਨ ਦੇ। ਔਰ ਉੱਥੇ ਇਹਨਾਂ ਦਾ ਕੋਈ ਬੰਦਾ ਜਦੋਂ ਸਾਡੇ ਕੋਲ ਯਾਦ ਪੱਤਰ ਨਹੀਂ ਲੈਣ ਆਇਆ ਤੇ ਸੰਗਤ ਵੱਲੋਂ ਹੁਕਮ ਸੀ ਕਿ ਹੁਣ ਯਾਦ ਪੱਤਰ ਲੈਣ ਨਹੀਂ ਆਏ, ਇੱਥੇ ਮੋਰਚਾ ਲਾਇਆ ਜਾਏ। ਅਸੀਂ 6 ਦਿਨ ਉੱਥੇ ਬੈਠੇ ਇਹਦੇ ਘਰ ਦੇ ਬਾਹਰ। ਉੱਥੇ ਕੀ ਸਾਨੂੰ ਸੁਣਨ ਨੂੰ ਮਿਲਦਾ ਕਿ ਤੁਸੀਂ ਚੋਰਾਂ ਤੋਂ ਲਿਖਾ ਕੇ ਲਿਆ ਦਿਓ ਤੇ ਸਰਕਾਰ ਚੋਰਾਂ ਤੇ ਪਰਚਾ ਕਰ ਦੇਗੀ। ਇਹ ਨਵੀਂ ਸਰਕਾਰ ਦਾ ਨਵਾਂ ਕਾਨੂੰਨ ਹੈ ਕਿ ਚੋਰ ਤੋਂ ਤੁਹਾਨੂੰ ਲਿਖਵਾ ਕੇ ਦੇਣਾ ਪਊਗਾ ਤੇ ਤਾਂ ਜਾ ਕੇ ਪਰਚਾ ਹੋਣਾ, ਨਹੀਂ ਤੇ ਨਹੀਂ ਹੋਣਾ। 6ਵੇਂ ਦਿਨ ਸਾਨੂੰ 25 ਅਗਸਤ ਨੂੰ ਰਾਤ ਨੂੰ ਭਾਰੀ ਪੁਲਿਸ ਕਰਮੀਆਂ ਦੀ ਹਾਜ਼ਰੀ 'ਚ ਡਾਂਗਾਂ ਸੋਟੇ ਗੱਡੀਆਂ ਲਿਆ ਕੇ 27 ਬੰਦਿਆਂ ਨੂੰ ਰਾਤੀ 11 ਵਜੇ ਉੱਥੋਂ ਚੁੱਕਿਆ ਜਾਂਦਾ ਹੈ, ਅਗਵਾ ਕੀਤਾ ਜਾਂਦਾ ਹੈ। ਕਕਾਰਾਂ ਦੀ, ਦਸਤਾਰਾਂ ਦੀ, ਪੋਥੀਆਂ ਦੀ ਬੇਅਦਬੀ ਕੀਤੀ ਜਾਂਦੀ ਹੈ। ਰਾਤ 2 ਵਜੇ ਫਤਿਹਗੜ੍ਹ ਸਾਹਿਬ ਜਾ ਕੇ 1:30 ਵਜੇ ਛੱਡਿਆ ਜਾਂਦਾ ਹੈ। ਉਸ ਚੀਜ਼ ਨੂੰ ਲੈ ਕੇ ਅਸੀਂ ਨਗਰ ਕੀਰਤਨ ਸਿੱਖ ਸੰਗਤਾਂ ਦੇ ਹੁਕਮ ਨਾਲ ਫਤਿਹਗੜ੍ਹ ਸਾਹਿਬ ਤੋਂ ਮੁੜ ਸੰਗਰੂਰ ਲੈ ਕੇ ਜਾਣਾ ਹੈ, ਜਿਹੜਾ ਅਸੀਂ 18 ਤਰੀਕ ਨੂੰ ਸਵੇਰੇ ਆਰੰਭ ਹੋਣਾ ਸੀਗਾ। ਔਰ 17 ਤਰੀਕ ਨੂੰ ਇਹਨਾਂ ਨੇ ਸਾਨੂੰ ਫੋਨ ਕੀਤੇ ਕਿ ਤੁਸੀਂ ਕਿੱਥੋਂ ਜਾ ਰਹੇ ਹੋ। ਅਸੀਂ ਬਕਾਇਦਾ ਮੇਲਾਂ ਪਾ ਕੇ SSP ਦਫ਼ਤਰ ਸਾਰਿਆਂ ਨੂੰ ਦੱਸਿਆ ਹੋਇਆ ਸੀ, ਕੋਈ ਲੁਕਾਇਆ ਨਹੀਂ। ਔਰ ਇਹ ਵੀ ਦੱਸਿਆ ਹੋਇਆ ਕਿ ਸਾਡੇ ਉੱਥੇ ਬੈਠਣ ਦਾ, ਧਰਨਾ ਲਾਉਣ ਦਾ ਕੋਈ ਮਨਸੂਬਾ ਨਹੀਂ ਆ। ਅਸੀਂ ਸਿਰਫ ਆਪਣੀ ਆਵਾਜ਼ ਸਰਕਾਰ ਨੇ ਨਹੀਂ ਸੁਣੀ, ਹੁਣ ਅਸੀਂ ਸੰਗਤਾਂ ਨੂੰ ਜਾਗਰੂਕ ਕਰਾਂਗੇ ਬੰਦੀ ਸਿੰਘਾਂ ਦੀ ਰਿਹਾਈ ਲਈ, 328 ਸਰੂਪਾਂ ਦੇ ਇਨਸਾਫ ਲਈ ਤੇ ਸ਼੍ਰੋਮਣੀ ਕਮੇਟੀ ਦੀ ਆਜ਼ਾਦੀ ਲਈ। ਕਿਉਂਕਿ ਬੇਅਦਬੀਆਂ ਹੁਣ ਰੋਕਣੀਆਂ, ਇਨਸਾਫ ਲੈਣਾ ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਦੀ ਆਜ਼ਾਦੀ ਤੋਂ ਬਿਨਾਂ ਨਾਮੁਮਕਿਨ ਹੈ। ਇਸ ਲਈ ਅਸੀਂ ਇਹ 3 ਚੀਜ਼ਾਂ ਰੱਖ ਕੇ ਨਗਰ ਕੀਰਤਨ ਜਿਹੜਾ ਫਤਿਹਗੜ੍ਹ ਸਾਹਿਬ ਤੋਂ ਚੱਲਿਆ, ਇਹਨਾਂ ਨੇ ਰਾਤ ਨੂੰ ਸਾਡੀ ਫੜੋ ਫੜੀ ਸ਼ੁਰੂ ਕਰ ਦਿੱਤੀ ਜੀ। ਭਾਈ ਬਚਿੱਤਰ ਸਿੰਘ ਗੁਰੂ ਘਰ ਦੇ ਵਜ਼ੀਰ ਨੇ, ਉਹਨਾਂ ਤੇ 751 ਤੇ 3 ਲੱਖ ਦੀ ਜ਼ਮਾਨਤ ਬਣਾ ਦਿੱਤੀ ਜੀ। ਆ ਪੁਲਿਸ ਦੇ ਕੰਮ ਵੇਖੋ ਵੀ ਮਰਦਾਨਗੀ ਵਿਖਾਉਣੀ ਸੀ ਤੇ ਉਧਰ ਵਿਖਾਉਂਦੇ ਹੋ ਵੀ 328 ਸਰੂਪਾਂ ਦੇ ਚੋਰਾਂ ਨੂੰ ਫੜੋ। ਗੁਰੂ ਘਰ ਦੇ ਗ੍ਰੰਥੀਆਂ ਤੇ ਪਰਚੇ ਕਰਕੇ ਇਹ ਪਾਪਾਂ ਦੀ ਪੰਡ ਬੰਨ੍ਹ ਰਹੇ ਹੋ, ਕਿੱਥੇ ਬਖਸ਼ੇ ਜਾਓਗੇ ਤੁਸੀਂ। ਖੈਰ ਸਾਨੂੰ ਵੀ ਲੱਭਦੇ ਰਿਹਾ ਸੀ, ਇਹਨਾਂ ਨੂੰ ਲੱਭੇ ਨਹੀਂ। ਸਵੇਰੇ ਸਾਡਾ ਨਗਰ ਕੀਰਤਨ ਚੱਲਣਾ ਸੀ, ਰਾਤ ਇਹਨਾਂ ਨੇ ਗੁਰਦੁਆਰਾ ਸਾਹਿਬ ਪਾਲਕੀ ਨਹੀਂ ਜਾਣ ਦਿੱਤੀ। ਮਹਾਰਾਜ ਜੀ ਦਾ ਸਰੂਪ ਸਾਨੂੰ ਪਾਲਕੀ 'ਚ ਸੁਭਾਈਮਾਨ ਸੁਖਾਸਨ ਕਰਕੇ ਸਾਰੀ ਰਾਤ ਸਿੰਘਾਂ ਨੇ ਪਹਿਰੇਦਾਰੀ ਕੀਤੀ, ਤਾਬਿਆ ਬੈਠੇ ਸਿੰਘ। ਸਵੇਰ ਨੂੰ ਉੱਥੋਂ ਨਗਰ ਕੀਰਤਨ ਨਿਕਲਣਾ ਹੈ, ਇਹਨਾਂ ਨੇ ਬੱਸਾਂ, ਟਿੱਪਰ, ਕਈ ਤਰ੍ਹਾਂ ਦੇ ਅੜਿੱਕੇ ਢਾਹ ਕੇ ਉੱਥੇ ਰਾਹ ਬੰਦ ਕੀਤੇ। ਪਰ ਜਦੋਂ ਪਿੰਡਾਂ ਦੀ ਸੰਗਤ ਦਾ ਆਉਣਾ ਸ਼ੁਰੂ ਹੋਇਆ, ਫਿਰ ਇਹਨਾਂ ਨੇ ਰਾਹ ਇੰਨੇ ਕੁ ਖੋਲ੍ਹੇ ਪੀਏ, ਬਿਲਕੁਲ 10 ਦੀ ਸਪੀਡ ਤੇ ਇਹਨਾਂ ਦੀ ਗੱਡੀ ਚੱਲੇ। ਜਲੀਲ ਕੀਤਾ ਸੰਗਤਾਂ ਨੂੰ। ਔਰ ਇੱਧਰ ਪਾਣੀ ਨੂੰ ਤਰਸਦੀਆਂ ਸੀ, ਉੱਧਰ ਲੰਗਰ ਖਰਾਬ ਹੋ ਰਿਹਾ ਸੀਗਾ। ਜਿਹੜਾ ਨਗਰ ਕੀਰਤਨ ਸੰਗਰੂਰ 5 ਵਜੇ ਸ਼ਾਮੀ ਪਹੁੰਚਣਾ ਸੀ, ਉਹ ਰਾਤੀ 10:30 ਵਜੇ ਪਹੁੰਚਦਾ ਜੀ। ਅਖੀਰੀ ਔਲਖ ਸਾਹਿਬ ਦੇ ਧਿਆਨ 'ਚ ਵੀ ਇਹ ਗੱਲ ਲਿਆਂਦੀ। ਉਹਨਾਂ ਨੇ ਵੀ ਮੁੜ ਕੇ ਇਹਨਾਂ ਦੇ ਗੱਲਬਾਤ ਕੀਤੀ ਤੇ ਇਹਨਾਂ ਨੇ ਰਸਤੇ ਜਾ ਕੇ 4-5 ਵਜੇ ਮੋੜੋ ਜਿਹੜੇ ਸੀ ਖਾਲੀ ਕੀਤੇ ਆ, ਪਹਿਲਾਂ ਨਹੀਂ। ਔਰ ਇਹ ਕਹਿ ਲਈਏ ਕਿ ਭਗਵੰਤ ਮਾਨ ਤੇ ਪੁਲਿਸ ਪ੍ਰਸ਼ਾਸਨ ਨੇ ਗੁਰੂ ਸਾਹਿਬ ਦੀ ਪਾਲਕੀ ਰੋਕ ਕੇ 5 ਪਿਆਰਿਆਂ ਨੂੰ ਮਜਬੂਰ ਕੀਤਾ ਸੜਕ ਤੇ ਉਤਰਨ ਲਈ। ਇਹਨਾਂ ਨੇ ਉਹ ਟੋਕਰਾ ਸਵਾਹ ਦਾ ਸਿਰ 'ਚ ਪਾ ਕੇ ਆਪਣੀ ਕਾਲਖ ਮੂੰਹ ਤੇ ਮਲੀ ਤੇ ਇਤਿਹਾਸ ਨੂੰ ਕਲੰਕਿਤ ਕੀਤਾ।
ਕਦੇ ਜਹਾਂਗੀਰ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਕੈਦ ਕੀਤਾ। ਮਾਰਚ ਬਾਬਾ ਬੁੱਢਾ ਵੀ ਲੈ ਕੇ ਜਾਂਦਾ ਗਵਾਲੀਅਰ, ਪਰ ਜਹਾਂਗੀਰ ਨੇ ਮਾਰਚ ਨਹੀਂ ਰੋਕਿਆ, ਕਿਤੇ ਮੈਂ ਨਹੀਂ ਪੜ੍ਹਿਆ। ਔਰੰਗਜ਼ੇਬ ਨੂੰ ਜਫਰਨਾਮਾ ਸਿੱਖ ਦੇਣ ਜਾਂਦੇ ਨੇ, ਪਰ ਔਰੰਗਜ਼ੇਬ ਨੇ ਰੋਕਿਆ ਨਹੀਂ। ਸਿੱਖ ਆਏ ਨੇ ਜਫਰਨਾਮਾ ਲੈ ਕੇ ਮੇਰੇ ਤੱਕ ਆਉਣ ਦਿਓ, ਮੈਂ ਗੱਲ ਸੁਣਨੀ ਚਾਹੁੰਦਾ ਕੀ ਹੋਇਆ ਤੇ ਕੀ ਨਹੀਂ ਹੋਇਆ। ਫਿਰ ਜੇ ਕਿਧਰੇ 1978 ਚ ਸੰਤ ਗਿਆਨੀ ਕਰਤਾਰ ਸਿੰਘ ਨੇ ਨਗਰ ਕੀਰਤਨ ਕੱਢੇ, ਇੰਦਰਾ ਗਾਂਧੀ ਨੇ ਐਮਰਜੈਂਸੀ ਲਾਉਣ ਦੇ ਬਾਵਜੂਦ ਵੀ ਪਾਲਕੀ ਸਾਹਿਬ ਨਗਰ ਕੀਰਤਨ 5 ਪਿਆਰਿਆਂ ਨੂੰ ਮੁੱਖ ਰੱਖਿਆ, ਉਹਨੇ ਵੀ ਕਿਤੇ ਨਾ ਕਿਤੇ ਆਪਣੇ ਕਦਮ ਪਿਛਾਂਹ ਕੀਤੇ। 2014 ਦੀ ਗੱਲ, ਜਦੋਂ ਬਾਦਲ ਕੇ ਤੇ ਝਿੰਡੇਕਿਆਂ ਦੀ ਲੜਾਈ ਹੋਈ ਗੋਲਕਾਂ ਪਿੱਛੇ, ਇਹਨਾਂ ਨੇ ਗੁਰਦੁਆਰਿਆਂ ਨੂੰ ਖਾਨਾ ਜੰਗੀ ਬਣਾਇਆ। ਇੱਕ ਨਗਰ ਕੀਰਤਨ ਮੈਂ ਵੀ ਸਦ ਭਾਵਨਾ ਲੈ ਕੇ ਹਰਿਆਣਾ ਪੰਜਾਬ 'ਚ ਗਿਆ ਏ ਵੀ ਗੁਰਦੁਆਰਿਆਂ 'ਚ ਲੜਾਈ ਠੀਕ ਨਹੀਂ, ਇਹਨੂੰ ਬੰਦ ਕਰੋ। ਸਿੱਖਾਂ ਦਾ ਜਨਾਜ਼ਾ ਨਿਕਲ ਰਿਹਾ, ਤੁਹਾਡਾ ਕੀ ਜਾਣਾ ਪ੍ਰਧਾਨਾਂ ਦਾ। ਔਰ ਜਦੋਂ ਪਾਲਕੀ ਸਾਹਿਬ ਲੈ ਕੇ ਹਰਿਆਣੇ ਪਹੁੰਚਦੇ ਆ ਤੇ ਝਿੰਡੇਕਿਆਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ, ਦੂਜਿਆਂ ਨੇ ਵੀ ਇਹ ਜੀ ਬਾਦਲਾਂ ਦਾ ਨਗਰ ਕੀਰਤਨ, ਇਹਨੂੰ ਰੋਕਿਆ ਜਾਏ। ਤੇ ਮੈਂ ਹਰਿਆਣੇ ਦੀ ਪੁਲਿਸ ਨੂੰ ਅੱਜ ਵੀ ਇਸ ਗੱਲੋਂ ਨਮਸਕਾਰ ਧੰਨਵਾਦ ਕਰਦਾ। ਉਹ ਜਦੋਂ ਸਾਡੇ ਕੋਲ ਆਏ ਕਹਿੰਦੇ ਬਾਬਾ ਜੀ ਆਪ ਜੀ ਆਏ ਹੋ, ਪਾਲਕੀ ਹੈ, 5 ਪਿਆਰੇ ਹੈ। ਉਹਨਾਂ ਸਾਫ਼ ਕਹਿ ਦਿੱਤਾ ਅਸੀਂ ਪਾਲਕੀ ਸਾਹਿਬ ਨਹੀਂ ਰੋਕ ਸਕਦੇ। ਪਰ ਇਹ ਪੰਜਾਬ ਵਾਲਿਆਂ ਨੇ ਜਿਹੜੀ ਕੱਲ ਪਾਲਕੀ ਸਾਹਿਬ ਰੋਕੀ ਤੇ ਭਗਵੰਤ ਮਾਨ ਦੀ ਸਰਕਾਰ ਨੇ ਇਹ ਕੱਲ ਇੱਕ ਘਿਨਾਉਣੀ ਹਰਕਤ ਕੀਤੀ, ਬੇਅਦਬੀ ਕੀਤੀ ਹੈ। ਇੱਥੇ ਤੇ ਹੁਣ ਪਰਚਾ ਭਗਵੰਤ ਮਾਨ ਤੇ ਵੀ ਬਣਦਾ ਹੈ ਤੇ ਉਹਨਾਂ ਪੁਲਿਸੀਆਂ ਤੇ ਵੀ ਬਣਦਾ ਹੈ ਜਿਹੜੇ ਮਹਾਰਾਜ ਜੀ ਦੇ ਸਰੂਪ ਨੂੰ ਰੋਕਦੇ ਰਹੇ। ਪਰ ਸਿੱਖ ਸੰਗਤਾਂ ਤੇ ਸਿੱਖ ਸਦਭਾਵਨਾ ਦਲ ਦੇ ਸੇਵਾਦਾਰ, ਮੈਂ ਅਰਦਾਸ ਕਰਦਾ ਸਤਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ, ਜਿਨ੍ਹਾਂ ਜ਼ਬਰ ਦਾ ਮੁਕਾਬਲਾ ਸਬਰ ਨਾ ਕੀਤਾ, ਬਾਣੀ ਪੜ੍ਹਦਿਆਂ ਹੋਇਆਂ ਆਪਣੀ ਗੱਲ ਤੇ ਅੜੇ ਰਹੇ ਕਿ ਅਸੀਂ ਮਹਾਰਾਜ ਜੀ ਦੀ ਅਰਦਾਸ ਕਰਕੇ ਚੱਲੇ ਹੋਏ ਹਾਂ। ਇਹ ਜਾ ਕੇ ਸੰਗਰੂਰ ਹੀ ਸੰਪੂਰਨਤਾ ਹੋਵੇਗੀ। ਤੇ ਰਾਤੀ 10 ਵਜੇ ਉੱਥੇ ਜਾ ਕੇ ਅਰਦਾਸ ਕਰ ਦਿੱਤੀ। ਅਸੀਂ ਕਿਹੜੇ ਉੱਥੇ ਬੰਬ ਚਲਾ ਦਿੱਤੇ, ਜਾਂ ਅਸੀਂ ਚਲਾ ਦੇਣੇ ਸਨ, ਜਾਂ ਅਸੀਂ ਪਹਿਲਾਂ ਚਲਾ ਚੁੱਕੇ ਹਾਂ ਵੀ ਜਿਹੜਾ ਸਾਡਾ ਰਿਕਾਰਡ ਬੜਾ ਮਾੜਾ ਹੈ। ਇਸ ਲਈ ਇਹਨਾਂ ਨੇ ਕੱਲ ਘਿਨਾਉਣੀ ਹਰਕਤ ਕੀਤੀ ਹੈ। ਤੇ ਜਿਹੜੀਆਂ ਸਰਕਾਰਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਰੋਕਦੀਆਂ ਹੋਣ ਤੇ ਚੋਰਾਂ ਦਾ ਸਾਥ ਦਿੰਦੀਆਂ ਹੋਣ, ਇਹਨਾਂ ਤੋਂ ਆਪਾਂ ਪੰਜਾਬ, ਪੰਥ, ਨੌਜਵਾਨੀ, ਕਿਸਾਨੀ, ਅਜ਼ਮਤ, ਸਨਅਤ, ਸਿਹਤ, ਸਿੱਖਿਆ, ਪੌਣ, ਪਾਣੀ, ਧਰਤੀ, ਜਾਨ, ਮਾਲ, ਇੱਜ਼ਤ ਦੀ ਰਾਖੀ ਦੀ ਆਸ ਕੀ ਕਰ ਸਕਦੇ ਹਾਂ। ਬੇਅਦਬੀ ਵਾਲੇ ਮਸਲੇ ਦੇ ਉੱਤੇ ਜ਼ਰੂਰ ਮੈਂ ਚਾਹੁੰਦੀ ਹਾਂ ਗੱਲ ਕਰਨਾ, ਕਿਉਂਕਿ ਬੇਅਦਬੀ ਜਿਸ ਤਰੀਕੇ ਦੇ ਨਾਲ ਸਾਨੂੰ ਬਰਗਾੜੀ ਮੋਰਚਾ ਲੱਗਿਆ ਹੋਇਆ, ਤੁਸੀਂ ਵੀ ਉੱਥੇ ਗਏ ਆ, ਜਿਸ ਤਰੀਕੇ ਦੇ ਨਾਲ ਸੁਖਰਾਜ ਵੀਰ ਸੰਘਰਸ਼ ਉਹਨਾਂ ਨੇ ਵਿੱਢਿਆ ਹੋਇਆ ਔਰ ਸੜਕ ਦੇ ਉੱਤੇ ਇਕੱਲੇ ਬੈਠ ਕੇ ਕਿੰਨੇ ਸਾਲਾਂ ਤੋਂ ਲਗਾਤਾਰ ਸੰਘਰਸ਼ ਕਰ ਰਹੇ ਆ, ਹਜੇ ਸਾਨੂੰ ਉਹ ਜਿਹੜਾ ਇਨਸਾਫ ਅਜੇ ਤੱਕ ਮਿਲਿਆ ਨਹੀਂ ਆ। ਔਰ ਪਿੱਛੇ ਹੀ ਜਿਹੜੇ ਥੋੜ੍ਹੇ ਦਿਨ ਪਹਿਲਾਂ 1 ਹਫ਼ਤੇ ਦੇ ਵਿੱਚ 3 ਜਿਹੜੀਆਂ ਘਟਨਾਵਾਂ ਤਾਂ ਇਕੱਲੇ ਅੰਮ੍ਰਿਤਸਰ ਦੇ ਏਰੀਏ ਦੇ ਵਿੱਚ ਹੀ ਜਿਹੜੀਆਂ ਹੋਈਆਂ, 2 ਜਗ੍ਹਾ 'ਤੇ ਕੋਸ਼ਿਸ਼ ਹੋਈ, 1 ਜਗ੍ਹਾ 'ਤੇ ਬੇਅਦਬੀ ਹੋਈ ਆ। ਇਹ ਕਿਸ ਹੌਸਲੇ ਦੇ ਉੱਤੇ ਇਹ ਚੀਜ਼ਾਂ ਲਗਾਤਾਰ ਹੋ ਰਹੀਆਂ? ਇਹ ਤਾਂ ਮੈਂ 3 ਗਿਣੀਆਂ। ਕਦੇ ਜਦੋਂ ਹੋਇਆ ਸੀ, ਪਹਿਲਾਂ ਹੋਇਆ ਸੀ 1 ਜਾਂ 2 ਵਾਰ, ਤੇ ਹਿਰਦੇ ਵਲੂੰਦਰੇ ਜਾਂਦੇ ਸੀ ਜਦੋਂ ਅਸੀਂ ਇਹ ਚੀਜ਼ਾਂ ਸੁਣਦੇ ਸੀ। ਹੁਣ ਇੱਦਾਂ ਲੱਗਦਾ ਹੈ ਕਿ ਅਖਬਾਰ ਦੀ ਇੱਕ ਸਧਾਰਨ ਖਬਰ ਬਣ ਕੇ ਰਹਿ ਗਈ ਹੈ ਕਿ ਸਾਡੇ ਗੁਰੂ ਸਾਹਿਬਾਨ ਦੇ ਅੰਗਾਂ ਨੂੰ ਇੱਦਾਂ ਫਾੜਿਆ ਜਾਂਦਾ ਤੇ ਅਸੀਂ ਇੱਕ ਖਬਰ ਪੜ੍ਹਦੇ ਹਾਂ ਤੇ ਪੰਨਾ ਪਲਟ ਕੇ ਰੱਖ ਦਿੰਦੇ ਹਾਂ। ਫਿਰ ਜਦੋਂ ਇਹ ਚੀਜ਼ਾਂ ਸੁਣਨ ਨੂੰ ਮਿਲਦੀਆਂ ਤੇ ਪਿਛਲੀਆਂ ਜਿਹੜੇ ਬੀਤੇ ਦਿਨਾਂ ਦੀਆਂ ਖਬਰਾਂ ਹੋਈਆਂ ਤੇ ਉਹਨਾਂ ਨੇ ਸਰਟੀਫਿਕੇਟ ਨਾਲ ਦੀ ਨਾਲ ਦਿਖਾ ਦਿੱਤੇ ਕਿ ਇਹ ਦੇਖੋ ਜੀ, ਇਹ ਬੰਦਾ ਤਾਂ ਮਾਨਸਿਕ ਰੋਗੀ ਹੈ, ਜਦੋਂ ਕਿ CCTV ਕੈਮਰਿਆਂ ਦੇ ਵਿੱਚ ਸਹੀ ਸਲਾਮਤ ਉਹ ਬੰਦੇ ਤੁਰੇ ਆਉਂਦੇ ਨਜ਼ਰ ਆਉਂਦੇ ਆ। ਇਹ ਕਿਸ ਦੀ ਸਹਿਤ ਤੇ ਕਿਸ ਹੌਸਲੇ ਦੇ ਉੱਤੇ ਲਗਾਤਾਰ ਹਰ ਆਏ ਦਿਨ ਖਬਰਾਂ ਸੁਣਨ ਨੂੰ ਮਿਲਦੀਆਂ ਸਾਨੂੰ? ਸਿੱਖ ਵਿਰੋਧੀ ਤਾਕਤਾਂ ਦਾ ਇਹ 550 ਸਾਲ ਤੋਂ ਹੀ ਛੜਯੰਤਰ ਰਿਹਾ ਹੈ। ਜਿਸ ਸ਼ਬਦ ਗੁਰੂ ਨੂੰ ਸਿੱਖ ਪੜ੍ਹਦਾ ਹੈ ਤੇ ਜਿਸ ਸ਼ਬਦ ਗੁਰੂ ਨੂੰ ਜਾਨ ਤੋਂ ਵੱਧ ਪਿਆਰ ਕਰਦਾ ਹੈ ਔਰ ਉਹਨੂੰ ਪੜ੍ਹਨ ਤੋਂ ਬਾਅਦ ਉਹ ਸਿੱਖ ਆਰਮੀ 'ਚ ਤਬਦੀਲ ਹੁੰਦਾ ਹੈ, ਫਿਰ ਉਹ ਜ਼ਬਰ ਤੇ ਜ਼ੁਲਮ ਦੇ ਖਿਲਾਫ ਪਹਿਲਾਂ ਤਾਂ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਦਾ ਹੈ ਕਿ ਮੈਂ ਹੱਥ ਨਹੀਂ ਚੁੱਕਣਾ ਕਿਸੇ ਤੇ। ਜਦੋਂ ਹੱਦੋਂ ਗੱਲ ਨਿਕਲਦੀ ਹੈ ਤੇ ਫਿਰ ਉਹ ਕਹਿੰਦਾ ਹੁਣ ਸਿਰ ਲਾਉਣਾ ਤੇ ਲਵਾਉਣਾ ਮੇਰਾ ਧਰਮ ਹੈ। ਉਹ ਅਗਲੀ ਗੱਲ ਹੈ ਕਿ ਜਦੋਂ ਫੌਜੀ ਵੀ ਕਿਤੇ ਭਰਤੀ ਹੁੰਦਾ ਹੈ, ਆਖਰੀ ਦਮ ਤੇ ਆਖਰੀ ਗੋਲੀ ਤੱਕ ਆਪਣੇ ਦੇਸ਼ ਦੀ ਰਾਖੀ ਲਈ ਲੜਦਾ। ਹੁਣ ਸਿੱਖ ਵਿਰੋਧੀ ਤਾਕਤਾਂ ਨੇ ਸੋਚਿਆ ਵੀ ਕਿਉਂ ਨਾ ਹੋਵੇ ਜਿਸ ਸ਼ਬਦ ਗੁਰੂ ਨੂੰ ਪੜ੍ਹ ਕੇ ਇਹ ਲੋਕ ਲੈਣੇ ਤੋਂ ਨਾਨਕ ਬਣਦੇ ਆ,
ਚੇਲੇ ਤੋਂ ਗੁਰੂ, ਮਨੁੱਖ ਤੋਂ ਪਰਮੇਸ਼ਰ, ਦਇਆ ਰਾਮ ਤੋਂ ਦਇਆ ਸਿੰਘ, ਰਾਮ ਜੀ ਦਾਸ ਤੋਂ ਭਗਤ ਪੂਰਨ ਸਿੰਘ, ਰੁਕਣ ਦੀਨ ਮੁਸਲਮਾਨ ਤੋਂ ਭਾਈ ਮਹਿਤਾਬ ਸਿੰਘ ਬਣ ਜਾਂਦੇ ਆ। ਔਰ ਜਿਹਨੂੰ ਨਰਕ ਦੀ ਪੌੜੀ ਬੀਬੀ ਨੂੰ ਆਖਦੇ ਆ, ਇਹ ਖਾਲਸੇ ਦੀ ਮਾਂ ਬਣਾ ਦਿੰਦੇ ਨੇ ਅੰਮ੍ਰਿਤ ਛਕਾ ਕੇ, ਉਹਨੂੰ ਸ਼ਬਦ ਦੀ ਗੁੜਤੀ ਦੇ ਕੇ। ਕਿਉਂ ਨਾ ਹੋਵੇ ਕਿ ਇਸ ਸ਼ਬਦ ਨੂੰ ਇੰਨਾ ਕੁ ਰੋਲੋ, ਇੰਨਾ ਕੁ ਖਤਮ ਕਰੋ, ਇਹਨਾਂ ਦਾ ਸ਼ਬਦ ਗੁਰੂ ਤੋਂ ਭਰੋਸਾ ਟੁੱਟ ਜਾਏ। ਇਹ ਤੋੜਨ ਲਈ ਛੜਯੰਤਰ ਨੇ। ਔਰ ਇਸ ਨੂੰ ਆਮ ਗੱਲ ਬਣਾਉਣ ਲਈ ਜਿਹੜੀ ਗੱਲ ਬਾਦਲ ਕਿਆਂ ਸ਼ੁਰੂ ਕੀਤੀ ਤੇ ਕਰਵਾਈ, ਅੱਜ ਉਹ ਚਾਹੁੰਦੇ ਨੇ ਕਿ ਕੱਲੀ ਸਾਡੇ ਤੇ ਆਉਂਦੀ ਸੀ ਸਾਰਿਆਂ ਤੇ ਆ ਜਾਏ। ਬਦਕਿਸਮਤੀ ਬਾਦਲ ਕਿਆਂ ਦੇ ਨਾਲ ਪਹਿਲਾਂ ਕੈਪਟਨ ਕੇ ਰਲੇ ਹੋਏ ਸਨ, ਅੱਜ ਇਹ ਭਗਵੰਤ ਮਾਨ ਵੀ ਰਲ ਗਿਆ। ਜੇ 328 ਸਰੂਪਾਂ ਦਾ ਮੁਕੱਦਮਾ ਚੋਰੀ ਦਾ ਬਾਦਲ ਕਿਆਂ ਤੇ ਹੋਇਆ ਹੁੰਦਾ ਤੇ ਵੱਡੇ ਚੋਰਾਂ ਤੇ ਸਕੰਜਾ ਕੱਸਿਆ ਹੁੰਦਾ ਤੇ ਨਿੱਕੇ ਚੋਰਾਂ ਦੀ ਹਿੰਮਤ ਨਹੀਂ ਸੀ ਪੈਣੀ। ਹੁਣ ਜਿਹਦੇ ਵੱਡੇ ਚੋਰਾਂ ਦੀ ਪੁਸ਼ਤ ਪਨਾਈ ਹੋ ਰਹੀ ਹੈ, ਅਕਾਲ ਤਖਤ ਦੇ ਜਥੇਦਾਰ ਖਵਾਉਣ ਵਾਲੇ ਬਾਬੇ, ਵੱਡੇ ਵੱਡੇ ਬ੍ਰਹਮ ਗਿਆਨੀ ਆ ਲੱਖਾਂ ਰੁਪਈਏ ਭੇਟਾ ਲੈ ਕੇ ਕਥਾ ਕੀਰਤਨ ਕਰਨ ਵਾਲੇ ਚੁੱਪ ਨੇ, ਤੇ ਫਿਰ ਆਮ ਬੰਦਾ ਵੀ ਉਸ ਨੂੰ ਆਮ ਗੱਲ ਸਮਝ ਕੇ ਛੱਡੂ। ਔਰ ਇਹਦੇ ਵਿੱਚ ਨੁਕਸਾਨ ਪੀੜ੍ਹੀਆਂ ਦਾ, ਨਰਾਦਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਤੇ ਸਿੱਖ ਵਿਰੋਧੀ ਤਾਕਤਾਂ ਤੇ ਜਿਹੜੇ ਧਰਮ ਦੇ ਨਾਂ ਤੇ ਪਖੰਡ ਕਰਦੇ ਨੇ, ਉਹਨਾਂ ਲੋਕਾਂ ਦੇ ਹੌਸਲੇ ਬੁਲੰਦ ਹੋ ਰਹੇ ਆ। ਬੇਅਦਬੀ ਮਾਮਲੇ ਦੇ ਉੱਤੇ ਸ਼੍ਰੋਮਣੀ ਕਮੇਟੀ ਦੀ ਭੂਮਿਕਾ ਕਿਸ ਤਰ੍ਹਾਂ ਦੀ ਆਂਕਦੇ ਹੋ ਤੁਸੀਂ? ਲੱਗਦਾ ਹੈ ਕਿ ਇਹ ਆਪਣੀ ਭੂਮਿਕਾ ਬਹੁਤ ਵਧੀਆ ਜਾਂ ਠੀਕ ਜਿਹੜੀ ਆ ਨਿਭਾ ਪਾਈ ਜਾਂ ਨਹੀਂ ਨਿਭਾ ਪਾਈ? ਸ਼੍ਰੋਮਣੀ ਕਮੇਟੀ ਦੀ ਜਿਹੜੀ ਹੁਣ ਦੀ ਮੈਂ ਕਹਿ ਸਕਦਾ ਕਈ ਦਹਾਕਿਆਂ ਤੋਂ ਭੂਮਿਕਾ ਹੈ, ਇਹ ਉਹ ਭੂਮਿਕਾ ਹੈ ਜਿਹੜੀ ਕਦੇ ਪ੍ਰਿਥੀ ਚੰਦ ਨੇ ਸ਼ੁਰੂ ਕੀਤੀ ਤੇ ਬਾਬਾ ਬੁੱਢਾ ਸਾਹਿਬ ਨੇ ਉਸ ਦਾ ਵਿਰੋਧ ਕੀਤਾ। ਜਿਹੜੀ ਭੂਮਿਕਾ ਧੀਰ ਮੱਲੀਆਂ ਸਿੰਘਾਂ ਮਸੰਦਾਂ ਰਾਮ ਰਾਈਆਂ ਨੇ ਸ਼ੁਰੂ ਕੀਤੀ, ਉਹਦਾ ਵਿਰੋਧ ਬਾਬਾ ਮੱਖਣ ਸ਼ਾਹ ਲੁਬਾਣਾ ਨੇ ਕੀਤਾ। ਉਦੋਂ ਬਾਅਦ ਜਿਹੜੀ ਭੂਮਿਕਾ ਨਰੈਣੂ ਮਹੰਤਾਂ ਨੇ ਕੀਤੀ, ਉਸ ਦਾ ਵਿਰੋਧ ਪੁਜਾਰੀਆਂ ਦਾ, ਕਦੇ ਭਾਈ ਮਹਿਤਾਬ ਸਿੰਘ ਜੀ ਵੀਰ, ਕਦੇ ਭਾਈ ਹਜ਼ਾਰਾ ਸਿੰਘ ਜੀ, ਭਾਈ ਸੰਤ ਸਿੰਘ ਵਰਗੇ, ਜਾਂ ਸ਼ਹੀਦ ਭਾਈ ਲਛਮਣ ਸਿੰਘ ਵਰਗੇ, ਬਾਬਾ ਦੀਪ ਸਿੰਘ ਜੀ ਵਰਗੇ, ਭਾਈ ਮਨੀ ਸਿੰਘ ਜੀ ਵਰਗੇ, ਉਹਨਾਂ ਨੇ ਇਹਨਾਂ ਦੀ ਮੁਖਾਲਫਤ ਕੀਤੀ। ਅੱਜ ਉਹੀ ਨਰੈਣੂ ਮਹੰਤਾਂ ਨੂੰ ਮਾਤ ਪਾਉਣ ਵਾਲੀ ਭੂਮਿਕਾ ਸ਼੍ਰੋਮਣੀ ਕਮੇਟੀ ਤੇ ਕਾਬਜ ਇਹ ਬਾਦਲੀ ਲਾਣਾ ਕਰ ਰਿਹਾ ਹੈ। ਇਹ ਤੇ ਉਹਨਾਂ ਨੂੰ ਪਿੱਛੇ ਛੱਡ ਗਏ ਆ। ਇਹ ਤਾਂ ਇਹਨਾਂ ਦੀਆਂ ਪੱਗਾਂ ਹੀ ਨੀਲੀਆਂ ਨੇ, ਕਰਤੂਤਾਂ ਤੇ ਉਹਨੂੰ ਵੱਧ ਕਾਲੀਆਂ ਨੇ ਇਹਨਾਂ ਦੀਆਂ। ਇਸ ਲਈ ਇਹ ਸਾਰੇ ਕਰਤੇ ਧਰਤੇ ਦੇ ਜ਼ਿੰਮੇਵਾਰ ਨੇ। ਔਰ ਇਹਦੇ ਲਈ ਜੇ ਕਿਧਰੇ ਸਰਕਾਰ ਨੇ 295A ਨੂੰ AA AAA ਬਣਾਇਆ ਹੁੰਦਾ ਔਰ ਉਸ ਨੂੰ ਪੂਰੇ ਭਾਰਤ ਦੇ ਨਾਲ ਨਾਲ ਜਿਨ੍ਹਾਂ ਲੋਕਾਂ ਦੇਸ਼ਾਂ ਨਾਲ ਭਾਰਤ ਦੇ ਸੰਬੰਧ ਨੇ ਤੇ ਭਾਰਤ ਦੀ ਮੋਦੀ ਸਰਕਾਰ ਨੇ ਉੱਥੇ ਵੀ ਇਹਨਾਂ ਕਾਨੂੰਨਾਂ ਨੂੰ ਭਾਰਤੀਆਂ ਤੇ ਲਾਗੂ ਕੀਤਾ ਹੁੰਦਾ, ਫਿਰ ਇਹ ਜਾ ਕੇ ਇਸ ਨੂੰ ਠੱਲ ਪੈਣੀ ਸੀ। ਔਰ ਉਹ ਉਨਾ ਚਿਰ ਪੈਣੀ ਨਹੀਂ। ਇਸ ਲਈ ਇਹ ਸਭ ਕਾਹੇ ਦਾ ਹੱਲ ਇੱਕੋ ਹੀ ਹੈ। 2 ID ਪ੍ਰੂਫ ਵਾਲੇ ਬੰਦੇ ਸ਼੍ਰੋਮਣੀ ਕਮੇਟੀ 'ਚ ਨਹੀਂ ਚਾਹੀਦੇ। ਇਹ MLA ਵੀ ਹੈ, ਇਹ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੀ ਹੈ, ਇਹ ਮੈਂਬਰ ਵੀ ਹੈ, ਇਹ ਫਲਾਣੀ ਪਾਰਟੀ ਦਾ MLA ਵੀ ਆ, ਇਹ ਚੇਅਰਮੈਨ ਆ, ਇਹ ਮੈਂਬਰ ਆ, ਇਹ ਸਰਪੰਚ ਆ, ਇਹ ਮੈਂਬਰ ਆ। ਇਹ ਜਿਹੜੀ ਦੋਗਲੀ ਨੀਤੀ ਖੇਡ ਕੇ ਨਾ ਬੇੜਾ ਗਰਕ ਕੀਤਾ ਹੋਇਆ ਨਾ, 2 ID ਪ੍ਰੂਫ ਰੱਖਣ ਵਾਲੇ ਤੇ ਮੁਕੱਦਮਾ ਦਰਜ ਹੁੰਦਾ ਹੈ। ਸਾਡੀ ਬਦਕਿਸਮਤੀ, ਅਸੀਂ 2 ID ਪ੍ਰੂਫ ਵਾਲਿਆਂ ਨੂੰ ਧਰਮ ਦੇ ਵਿੱਚ ਫਿੱਟ ਕਰਕੇ ਫਕਰੇ ਕੌਮ ਦਿੱਤਾ ਹੋਇਆ ਹੈ, ਜਿਹਦੇ ਕਰਕੇ ਇਹ ਸਭ ਕੁਝ ਚੱਲ ਰਿਹਾ ਹੈ। ਔਰ ਉਨਾ ਚਿਰ ਚੱਲਣਾ ਹੈ ਜਿੰਨਾ ਚਿਰ 2 ID ਪ੍ਰੂਫ ਵਾਲੇ ਬੰਦੇ ਇਹਦੇ ਵਿੱਚ ਰਹਿਣਗੇ। ਇਹ MLA ਦੀਆਂ ਚੋਣਾਂ ਵੀ ਲੜਦੇ, MP ਦੀਆਂ ਵੀ, ਇਹ ਸ਼੍ਰੋਮਣੀ ਕਮੇਟੀ ਦੀਆਂ ਵੀ ਲੜਦੇ ਆ। ਇਸ ਲਈ ਇਹਦਾ ਹੱਲ ਇਹਨੂੰ ਰੋਕਣਾ ਹੈ। ਦੋਨੋਂ ਸ਼੍ਰੋਮਣੀ ਕਮੇਟੀਆਂ ਜਿਹੜੀਆਂ ਹੈਗੀਆਂ, ਹਰਿਆਣੇ ਵਾਲੀ ਤੇ ਇਹਨਾਂ ਦੇ ਉੱਤੇ ਜਿਹੜਾ ਜਿਸ ਤਰੀਕੇ ਨਾਲ ਹਰਿਆਣੇ ਦਾ ਤੁਹਾਨੂੰ ਪਤਾ ਹੀ ਹੈ ਕਿ ਫੈਸਲਾ ਜਿਵੇਂ ਦਾ ਅਦਾਲਤ ਨੇ ਦਿੱਤਾ ਕਿ ਉਹਨਾਂ ਨੂੰ ਉਧਰ ਮਾਨਤਾ ਜਿਹੜੀ ਮਿਲ ਗਈ, ਤੁਹਾਡੀ ਨਜ਼ਰ 'ਚ ਇਹ ਸਹੀ ਹੋਇਆ ਜਾਂ ਗਲਤ ਹੋਇਆ? ਜਿਵੇਂ ਇੱਥੇ ਕੋਸ਼ਿਸ਼ਾਂ ਚੱਲ ਰਹੀਆਂ ਹੈਗੀਆਂ ਕਿ ਵਾਪਸ ਤੋਂ ਜਿਹੜੇ ਆ ਵਕੀਲ ਖੜੇ ਕੀਤੇ ਜਾ ਰਹੇ ਆ ਕਿ ਉਸ ਕਮੇਟੀ ਨੂੰ ਵਾਪਸ ਤੋਂ ਇਹ ਹੋਇਆ ਤਾਂ ਕਿ ਉਧਰ ਦੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਜਿਹੜੀ ਆ ਉਹ ਵੀ ਇਹ ਕਮੇਟੀ ਦੇਖੇ। ਤੁਹਾਡੀ ਨਜ਼ਰ 'ਚ ਇਹ ਕੋਸ਼ਿਸ਼ਾਂ ਜਿਹੜੀਆਂ ਵਧੀਆ ਕੀਤੀਆਂ ਜਾ ਰਹੀਆਂ, ਇਹ ਵੱਖ ਹੋਣੀ ਚਾਹੀਦੀ ਸੀ ਜਾਂ ਨਹੀਂ ਹੋਣੀ ਚਾਹੀਦੀ? ਇਹ ਡਰਾਮਾ ਹੋ ਰਿਹਾ ਹੈ। ਗੁਰੂ ਪੰਥ ਤੇ ਗੁਰੂ ਗ੍ਰੰਥ ਦੀ ਚੜ੍ਹਦੀ ਕਲਾ ਲਈ, ਸਰਬੱਤ ਦੇ ਭਲੇ ਲਈ, ਗੁਰੂ ਘਰਾਂ ਦੇ ਸੁਚੱਜੇ ਪ੍ਰਬੰਧ ਪ੍ਰਚਾਰ ਪ੍ਰਸਾਰ ਲਈ
1920 ਦੇ ਵਿੱਚ ਵਡਪੁਰਖਿਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਔਰ ਉਦੋਂ ਤੇ ਪਾਕਿਸਤਾਨ ਹਿੰਦੁਸਤਾਨ ਵੀ ਨਹੀਂ ਸੀ ਬਣਿਆ ਔਰ ਇਹ ਕਿੱਡੀ ਵੱਡੀ ਕਮੇਟੀ ਸੀ, ਕਿੱਡਾ ਵੱਡਾ ਪਸਾਰਾ ਸੀ ਇਹਦਾ। ਔਰ 1947 ਚ ਵੰਡ ਹੁੰਦੀ ਹੈ। 47 ਤੋਂ ਬਾਅਦ ਜਾ ਕੇ 71 ਦੇ ਕਰੀਬ ਸਭ ਤੋਂ ਪਹਿਲਾਂ ਬਾਦਲ ਕਿਆਂ ਨੇ ਦਿੱਲੀ ਕਮੇਟੀ ਬਣਾਈ। ਇਹਨਾਂ ਹੀ ਬਾਦਲ ਕਿਆਂ ਨੇ ਜਿਹੜੇ ਅੱਜ ਡਰਾਮਾ ਕਰ ਰਹੇ ਆ, ਇਹਨਾਂ ਦੀ ਬਦੌਲਤ ਦਿੱਲੀ ਕਮੇਟੀ ਬਣੀ। ਇਹਨਾਂ ਦੀ ਬਦੌਲਤ 1999 ਦੇ ਕਰੀਬ ਜਾ ਕੇ ਪਾਕਿਸਤਾਨ ਕਮੇਟੀ ਬਣੀ, 2 ਬਣ ਗਈਆਂ। ਇਹਨਾਂ ਦੀਆਂ ਕਾਲੀਆਂ ਕਰਤੂਤਾਂ ਕਰਕੇ ਹੁਣ ਤੀਸਰੀ ਹਰਿਆਣਾ ਕਮੇਟੀ ਬਣ ਗਈ ਹੈ। ਪ੍ਰਧਾਨਗੀ ਦੇ ਭੁੱਖੇ ਸਿੱਖ ਵਿਰੋਧੀ ਤਾਕਤਾਂ ਦੇ ਚੱਪਲਾਂ ਝਾੜਨ ਵਾਲੇ ਸਿੱਖ ਧਾਰਮਿਕ ਚਿਹਰਿਆਂ 'ਚ ਜਿਹੜੇ ਭੇੜੀਏ ਵੜੇ ਹੋਏ ਆ ਨਾ, ਖਲੋ ਜੋ ਥੋੜ੍ਹਾ ਸਮਾਂ, ਅਜੇ ਤੇ ਇਹਨਾਂ ਨੇ ਹਰਿਆਣਾ, ਪੰਜਾਬ, ਪਾਕਿਸਤਾਨ, ਦਿੱਲੀ ਕਮੇਟੀ ਬਣੀ ਆ ਨਾ, ਹੁਣ ਅੱਗੇ ਦੇਖਿਓ ਮਾਝਾ, ਮਾਲਵਾ, ਦੁਆਬਾ ਵੀ ਬਣੂ, ਫਿਰ ਦਿਹਾਤੀ ਤੇ ਸ਼ਹਿਰੀ ਬਣੂ। ਉਦੋਂ ਬਾਅਦ ਇਹ ਕੱਲੇ ਗੁਰਦੁਆਰੇ ਦੀ ਪ੍ਰਧਾਨਗੀ ਲਈ ਚੱਪਲਾਂ ਝਾੜਨਗੇ ਔਰ ਸਿੱਖ ਪੰਥ ਦਾ ਇਹੋ ਜਿਹਾ ਬੇੜਾ ਗਰਕ ਕਰਕੇ ਮਰਨਗੇ ਕਿ ਦੁਬਾਰਾ ਪੰਥ ਕਿਤੇ ਇਕੱਠਾ ਨਾ ਹੋ ਜਾਏ। ਇਸ ਲਈ ਇਹ ਕਮੇਟੀਆਂ ਪ੍ਰਧਾਨਗੀ ਦੇ ਚੱਕਰ ਵਿਊ 'ਚ ਸਿੱਖਾਂ ਨੂੰ ਵੰਡਣਾ। ਦੇਖੋ ਸਿੱਖਾਂ ਦੀ ਸਮੱਸਿਆ ਕੱਲੇ ਭਾਰਤ ਵਿੱਚ ਨਹੀਂ ਵੱਸਦੇ, ਵਰਲਡ ਵਿੱਚ ਪੂਰੇ 'ਚ ਵੱਸਦੇ ਆ। ਉਹਨਾਂ ਦੀ ਸਮੱਸਿਆ ਇਹ ਪ੍ਰਧਾਨ ਠੀਕ ਕਰ ਦੇਣਗੇ। ਇਹਨਾਂ ਦੇ ਪ੍ਰਧਾਨਾਂ ਦੇ ਲੱਗੋ ਲੱਗ ਜਿਹੜੇ ਅੱਜ ਡਫਲੀਆਂ ਵਜਾਉਂਦੇ ਫਿਰਦੇ ਨੇ, ਮੁੜ ਕੇ ਕਹਿਣਗੇ ਹਰਿਆਣੇ ਦਾ ਕਾਲ ਤਖਤ ਵੱਖਰਾ ਬਣਾਓ, ਦਿੱਲੀ ਵਾਲਾ ਵੱਖਰਾ ਬਣਾਓ, ਪਾਕਿਸਤਾਨ ਵੱਖਰਾ ਕਾਲ ਤਖਤ ਬਣਾ ਦਿਓ। ਇਹ ਤੇ ਤੁਹਾਨੂੰ ਤੀਲਾ ਖਿਲਾਰਨ ਲਈ ਵਿਉਂਤਬੰਦੀਆਂ ਨੇ ਔਰ ਉਹਦੇ ਲਈ ਸਿੱਧੇ ਜ਼ਿੰਮੇਵਾਰ ਬਾਦਲ ਕੇ ਹੈ। ਜੇ ਦਿੱਲੀ ਕਮੇਟੀ ਨਾ ਬਣ ਦਿੱਤੀ ਹੁੰਦੀ, ਅੱਜ ਪਾਕਿਸਤਾਨ ਤੇ ਹਰਿਆਣਾ ਕਮੇਟੀ ਤੇ ਪੰਜਾਬ ਨਹੀਂ ਸੀ ਬਣਨੀ। ਇਹਦੇ ਲਈ ਬਾਦਲ ਜ਼ਿੰਮੇਵਾਰ। ਇਹਨੇ ਮੂੰਹ ਤੇ ਉਹ ਕਾਲਖ ਮਲੀ ਜਿਹੜੀ ਕਦੇ ਇਹਨੂੰ ਇਤਿਹਾਸ ਨੇ ਮਾਫ ਨਹੀਂ ਕਰਨਾ। ਤੇ ਮੈਂ ਗੁਰੂ ਸਿੱਖਾਂ ਨੂੰ ਕਵਾਂਗਾ, ਉਹ ਹਰਿਆਣੇ 'ਚ ਵੱਸਦੇ ਨੇ, ਉਹ ਕੰਨਿਆ ਕੁਮਾਰੀ ਕਸ਼ਮੀਰ ਵੱਸਦੇ ਨੇ। ਭਾਈ ਸਿੱਖੋ, ਅਸੀਂ ਅਕਾਲ ਤਖਤ ਨੂੰ ਆਪਾਂ ਰਹਿਣਾ ਹੈ ਸਮਰਪਿਤ, ਸੁਤੰਤਰਤਾ ਬਹਾਲ ਕਰਨੀ ਹੈ, ਨਾ ਕਿ ਇਹਨਾਂ ਪ੍ਰਧਾਨਾਂ ਦੇ ਪਿੱਛੇ ਲੱਗ ਕੇ ਅਸੀਂ ਸਿੱਖਾਂ ਨੂੰ ਵੰਡ ਦਈਏ। ਇਹ ਪੰਜਾਬ ਦੇ ਸਿੱਖ, ਇਹ ਹਰਿਆਣੇ ਦੇ ਸਿੱਖ ਨਹੀਂ ਭਾਈ। ਸਿੱਖਾਂ ਦੀ ਸਮੱਸਿਆ ਵੀ ਇੱਕੋ ਹੀ ਆ, ਸਿੱਖਾਂ ਦਾ ਧਰਮ ਵੀ ਇੱਕੋ ਹੀ ਆ, ਸਿੱਖਾਂ ਦਾ ਮਨਸੂਬਾ ਵੀ ਇੱਕੋ ਹੀ ਆ। ਕਿਰਤ ਕਰਨੀ, ਨਾਮ ਜਪਣਾ, ਵੰਡ ਕੇ ਛਕਣਾ, ਆਨੰਦਪੁਰ ਸਾਹਿਬ ਦੇ ਵਾਸੀ ਹੋਣਾ, ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁੱਤਰ ਹੋਣਾ, 5 ਕਕਾਰੀ ਤੇ 5 ਬਾਣੀਆਂ ਦੇ ਨਿਤਨੇਮੀ ਹੋਣਾ। 5 ਹੀ ਪਿਆਰੇ ਨੇ। ਸਿੱਖਾਂ ਨੇ ਨਾ 6ਵਾਂ ਲਾਇਆ ਨਾ ਚੌਥਾ ਰੱਖਿਆ। ਇਸ ਲਈ ਭਾਈ ਸਿੱਖੋ, ਇਹ ਵਰਲਡ ਦੇ ਸਿੱਖਾਂ ਦੀ ਇਹ ਸਾਡੀ ਗੱਲ ਹੈ। ਅਕਾਲ ਤਖਤ ਤੋਂ ਕਰਮਚਾਰੀ ਜਥੇਦਾਰ ਬਦਲੋ ਤਾਂ ਕਿ ਅਸੀਂ ਆਲ ਇੰਡੀਆ ਕੀ ਆਲ ਵਰਲਡ ਦੇ ਗੁਰਦੁਆਰਿਆਂ ਦੀ ਇੱਕ ਕਮੇਟੀ ਬਣਾਈਏ, ਨਾ ਕਿ ਅਸੀਂ ਇਹਨਾਂ ਨੂੰ ਕਮੇਟੀਆਂ 'ਚ ਵੰਡ ਕੇ ਤੇ ਪੰਥ ਦੀ ਤਾਕਤ ਨੂੰ ਤਾਰ-ਤਾਰ ਕਰੀਏ। ਨੌਜਵਾਨ ਅੰਮ੍ਰਿਤਪਾਲ ਸਿੰਘ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਆਉਂਦੇ ਆ ਕੇ ਅੰਮ੍ਰਿਤਪਾਨ ਕਰਦੇ ਆ ਤੇ ਬਹੁਤ ਸਾਰੇ ਨੌਜਵਾਨ ਉਹਨਾਂ ਦੇ ਨਾਲ ਅੰਮ੍ਰਿਤ ਵੀ ਛਕਦੇ ਆ ਤੇ ਉਸ ਤੋਂ ਬਾਅਦ ਬਹੁਤ ਸਾਰੇ ਗਰਮ ਬਿਆਨ ਜਿਹੜੇ ਦਿੰਦੇ ਆ, ਭਾਵੇਂ ਉਹਦੇ ਨਾਲ ਕ੍ਰਿਸਚੀਅਨ ਭਾਈਚਾਰਾ ਹੋਵੇ, ਉਹ ਬਹੁਤ ਗੁੱਸੇ ਹੋ ਜਾਂਦੇ ਆ। ਜਿਸ ਤਰੀਕੇ ਨਾਲ ਈਸਾ ਮਸੀਹ ਦੇ ਬਾਰੇ 'ਚ ਉਹਨਾਂ ਦੇ ਬਿਆਨ ਆਉਂਦੇ ਆ, ਉਹਦੇ ਨਾਲ ਕ੍ਰਿਸਚੀਅਨ ਭਾਈਚਾਰਾ ਬਹੁਤ ਗੁੱਸੇ ਹੋ ਜਾਂਦਾ ਤੇ ਫਿਰ ਫੇਸਬੁੱਕ ਦੇ ਉੱਤੇ ਬਹੁਤ ਉਹਨਾਂ ਦੇ ਪੱਖ ਦੇ ਵਿੱਚ, ਉਹਨਾਂ ਦੇ ਵਿਰੋਧ ਦੇ ਵਿੱਚ ਬਿਆਨਬਾਜ਼ੀਆਂ ਹੁੰਦੀਆਂ। ਉਹਨਾਂ ਦੀ ਸ਼ਖਸੀਅਤ ਨੂੰ ਕਿਵੇਂ ਦੇਖਦੇ ਹੋ ਔਰ ਕਿਸ ਤਰੀਕੇ ਦੇ ਨਾਲ ਲੈਂਦੇ ਹੋ? ਕਿ ਕਿਵੇਂ ਲੱਗਦਾ ਤੁਹਾਨੂੰ ਅੰਮ੍ਰਿਤਪਾਲ ਦੀ ਸ਼ਖਸੀਅਤ ਤੇ ਉਹਨਾਂ ਦੀਆਂ ਜਿਸ ਤਰੀਕੇ ਦੇ ਉਹ ਬਿਆਨ ਦਿੰਦੇ ਆ ਔਰ ਪਿੰਡਰਾਂ ਵਾਲਿਆਂ ਦੇ ਨਾਲ ਉਹਨਾਂ ਦੀ ਸ਼ਖਸੀਅਤ ਨੂੰ ਜਿਹੜਾ ਆਂਕਿਆ ਜਾਂਦਾ? ਸਿੱਖ ਦੀ ਨਜ਼ਰ 'ਚ ਸਿੱਖੀ ਦੀ, ਸਿੱਖ ਨੀਤੀ ਦੀ ਗੱਲ ਕਰਨ ਵਾਲਾ ਕੋਈ ਵੀ ਹੋਵੇ ਸਨਮਾਨਜਨਕ ਹੈ। ਔਰ ਰਹੀ ਗੱਲ ਮੁਸਲਮਾਨ ਵੱਡਾ ਕਿ ਹਿੰਦੂ ਵੱਡਾ, ਪੁੱਛਿਆ ਗਿਆ ਮਹਾਰਾਜ ਹਿੰਦੂ ਵੱਡਾ ਕਿ ਮੁਸਲਮਾਨੋਈ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾ ਬਾਜੋ ਦੋਨੋਂ ਰੋਈ। ਅਮਲ ਚੰਗੇ ਨੇ ਤੁਸੀਂ ਦੋਵੇਂ ਮੇਰੇ ਭਰਾ ਹੋ, ਮੈਂ ਨਾਲ ਵੀ ਤੁਰਾਂਗਾ ਤੇ ਨਾਲ ਲੈ ਕੇ ਵੀ ਤੁਰਾਂਗਾ। ਅਮਲ ਚੰਗੇ ਨਹੀਂ ਤੇ ਨਾ ਹਮ ਹਿੰਦੂ ਨਾ ਮੁਸਲਮਾਨ, ਨਾਨਕ ਕਿਸੇ ਦੇ ਨਾਲ ਵੀ ਹੈ ਨਹੀਂ। ਨਾਨਕ ਕਿਹਦੇ ਨਾਲ ਹੈ? ਹਮ ਆਦਮੀ ਹਾਂ ਇੱਕਦਮੀ, ਸਰਬੱਤ ਦਾ ਭਲਾ ਮਾਨਸ ਕੀ ਜਾਤ ਸਭ ਏਕੇ ਪਹਿਚਾਨਬੋ। ਇਸ ਲਈ ਸਿੱਖ ਮਤ ਦੇ ਵਿੱਚ ਪਖੰਡ ਦੀ ਨਿੰਦਾ ਹੈ, ਕਿਸੇ ਧਰਮ ਦੇ ਖਿਲਾਫ
ਕੁਝ ਵੀ ਹੈ ਨਹੀਂ। ਅਸੀਂ ਵਾਰ-ਵਾਰ ਬੇਨਤੀ ਕਰਦੇ ਹਾਂ ਵੀ ਭਾਈ ਸਿੱਖੋ, ਸਿੱਖੀ ਦੇ ਵਿੱਚ ਕੇਵਲ ਇੰਨਾ ਕਿਹਾ ਜਾਂਦਾ ਹੈ, ਦੁਨੀਆ ਦੇ ਲੋਕੋ, ਪਖੰਡੀਆਂ ਨੂੰ ਧਰਮੀ ਕਹਿ ਕੇ ਕਿਧਰੇ ਉੱਜੜ ਨਾ ਜਾਇਓ। ਧਰਮ ਦੇ ਨਾਂ ਤੇ ਪਖੰਡ ਕਰਨ ਵਾਲਿਆਂ ਨੂੰ ਉਹਨਾਂ ਤੋਂ ਬਚਿਓ, ਤੇ ਪਖੰਡ ਨੂੰ ਧਰਮ ਕਹਿ ਕੇ ਉੱਜੜ ਜਾਓਗੇ। ਇਸ ਲਈ ਧਰਮੀ ਹੋਵੋ। ਧਰਮੀ ਪਖੰਡੀ ਨਹੀਂ ਤੇ ਪਖੰਡੀ ਧਰਮੀ ਨਹੀਂ, ਇਹ ਦੋਵਾਂ 'ਚ ਫਰਕ ਹੈ। ਤੇ ਜਿੱਥੋਂ ਤੱਕ ਇਹਨਾਂ ਵੀਰਾਂ ਦੇ ਸਵਾਲ ਨੇ, ਉਹ ਤਾਂ ਸਿੱਖ ਨੀਤੀ ਸਰਬੱਤ ਦਾ ਭਲਾ, ਕਿਰਤ ਕਰਨੀ, ਨਾਮ ਜਪਣਾ, ਵੰਡ ਕੇ ਛਕਣਾ, ਸਾਂਝੀਵਾਲਤਾ ਦੇ ਪ੍ਰਤੀਕ ਹੋਣਾ। ਕੋਈ ਵੀ ਕਰੇ, ਅਸੀਂ ਪਹਿਲਾਂ ਵੀ ਕਹਿੰਦੇ ਸਾਂ, 2016 ਤੋਂ ਅੱਜ ਵੀ ਕਹਿ ਰਹੇ ਹਾਂ ਕਿ ਨਾਲ ਲੈ ਕੇ ਵੀ ਤੁਰਾਂਗੇ ਤੇ ਨਾਲ ਵੀ ਤੁਰਾਂਗੇ, ਹੈ ਨਾ। ਇਸ ਲਈ ਸਾਡਾ ਕਿਸੇ ਨਾਲ ਕੋਈ ਵਖਰੇਵਾ ਨਹੀਂ ਹੈ, ਪਰ ਇੱਕ ਸ਼ਰਤ ਹੈ, ਸ਼ੁਭ ਅਮਲਾ ਬਾਝੋਂ ਦੋਨੋਂ ਰੋਈ। ਅਮਲ ਚੰਗੇ ਨੇ ਦੋਵਾਂ ਦੇ ਨਾਲ, ਅਮਲ ਠੀਕ ਨਹੀਂ ਤੇ ਸਾਡੀ ਕਿਸੇ ਨਾਲ ਕੋਈ ਸਾਂਝ ਨਹੀਂ। ਬੰਦੀ ਸਿੰਘਾਂ ਦੇ ਬਾਰੇ ਜਿਸ ਤਰੀਕੇ ਦੀਆਂ ਕੋਸ਼ਿਸ਼ਾਂ ਹੋ ਰਹੀਆਂ, ਮੇਰਾ ਇਹ ਆਖਰੀ ਸਵਾਲ ਹੈ, ਬੰਦੀ ਸਿੰਘਾਂ ਨੂੰ ਰਿਹਾਈ ਦੇ ਲਈ ਜਿਸ ਤਰੀਕੇ ਨਾਲ ਕੋਸ਼ਿਸ਼ਾਂ ਹੋ ਰਹੀਆਂ, ਸ਼੍ਰੋਮਣੀ ਅਕਾਲੀ ਦਲ ਵੀ ਕੋਸ਼ਿਸ਼ਾਂ ਕਰ ਰਿਹਾ, ਔਰ ਖ਼ਾਸ ਤੌਰ ਤੇ SGPC ਆਪਣੇ ਵੱਲੋਂ ਬਹੁਤ ਕੋਸ਼ਿਸ਼ਾਂ ਕਰ ਰਹੀ ਆ, ਸਾਰੇ ਆਪਣੇ ਵੱਲੋਂ ਕੋਸ਼ਿਸ਼ਾਂ ਕਰ ਰਹੇ ਆ, ਪਰ ਸਰਗਰਮੀ ਨਾਲ ਜਿਹੜੀਆਂ ਹੁਣ ਬਹੁਤ ਵੱਡੇ ਪੱਧਰ ਤੇ ਕੋਸ਼ਿਸ਼ਾਂ ਹੋ ਰਹੀਆਂ ਨੇ, ਕੀ ਲੱਗਦਾ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ, ਜਾਂ ਲੱਗਦਾ ਹੈ ਕਿ ਹੁਣ ਕੁਝ ਢਿੱਲ ਜਿਹੜੀ ਆ ਉਹਨਾਂ ਦੇ ਲਈ ਵਰਤੀ ਜਾ ਸਕਦੀ ਹੈ, ਕਿਉਂਕਿ ਮਨੁੱਖੀ ਅਧਿਕਾਰਾਂ ਦਾ ਇਹ ਕਾਫੀ ਹੱਦ ਤੱਕ ਹਨਨ ਜਿਹੜਾ ਉਹਨਾਂ ਦੇ ਪੱਖ ਦੇ ਵਿੱਚ ਹੋ ਚੁੱਕਿਆ ਹੋਇਆ। ਪਹਿਲੀ ਗੱਲ ਤਾਂ ਮੈਂ ਕਹਾਂਗਾ ਵੀ ਸਿੱਖ ਪੰਥ, ਸਿੱਖ ਜਥੇਬੰਦੀਆਂ 32 ਸਾਲਾਂ ਤੋਂ ਕਰੀਬਨ ਸਾਡੇ ਸਿੱਖ ਭਰਾ, ਸਾਡੇ ਵੱਡੇ, ਜਿਨ੍ਹਾਂ ਪਹਿਲਾਂ ਜਵਾਨੀਆਂ ਗਾਲੀਆਂ ਹੁਣ ਵਡੇਪਾ ਗਾਲ ਰਿਹਾ, ਉਹਨਾਂ ਦੀ ਰਿਹਾਈ ਲਈ ਸਿੱਖਾਂ ਨੇ ਅਰਦਾਸਾਂ ਕੀਤੀਆਂ, ਸਮੇਂ-ਸਮੇਂ ਉਹਨਾਂ ਯਤਨ ਜੁਟਾਏ, ਪਰ ਉਹਦੇ 'ਚ ਅੜਿੱਕਾ ਕੌਣ ਰਹਿ? ਕੈਪਟਨ ਕੇ ਤੇ ਬਾਦਲ ਕੇ। ਹੁਣ ਤੀਜੀ ਸਰਕਾਰ ਆ ਗਈ ਹੈ, ਮਤਾ ਇਹਨੇ ਵੀ ਨਹੀਂ ਜੇ ਪਾਉਣਾ। ਜੇ ਇਹ ਇਮਾਨਦਾਰ ਹੁੰਦੇ ਤੇ ਹੁਣ ਨੂੰ ਤਾਮਿਲਨਾਡੂ ਤੇ ਗੁਜਰਾਤ ਦੇ ਸੂਬਿਆਂ ਦੀ ਤਰ੍ਹਾਂ ਮਤਾ ਪਾ ਕੇ ਕੇਂਦਰ ਨੂੰ ਦਿੰਦੇ। ਕੇਂਦਰ ਫਰਾਕ ਦਿਲੀ ਵਿਖਾ ਕੇ ਜਿਵੇਂ ਇਹਨਾਂ ਕੇਸਾਂ ਨਾਲ ਮਿਲਦੇ ਉਹ ਕੈਦੀ ਛੱਡੇ ਨੇ, ਤਿਵੇਂ ਕੁੜੱਤਣ ਨੂੰ ਖਤਮ ਕਰਕੇ ਆਉਣ ਵਾਲੇ ਮਾਹੌਲ ਨੂੰ ਸੁਖਾਲਾ ਬਣਾਉਣ ਲਈ ਇਹਨਾਂ ਨੂੰ ਵੀ ਛੱਡ ਸਕਦਾ ਸੀ। ਐਸਾ ਕੁਝ ਨਹੀਂ ਹੋਇਆ। ਹੁਣ ਜਿੱਥੋਂ ਤੱਕ ਸ਼੍ਰੋਮਣੀ ਕਮੇਟੀ ਵਾਲੇ ਉਹਨਾਂ ਤੇ ਕਾਬਜ਼ ਬਾਦਲ ਕੇ, ਇਹਨਾਂ ਨੂੰ ਅੱਜ ਹੀ ਚੇਤਾ ਆਇਆ, ਜਦੋਂ ਸਰਕਾਰ ਇਹਨਾਂ ਦੀ ਸੀ, ਭਾਈ ਵਾਲੀ BJP ਨਾਲ ਇਹਨਾਂ ਦੀ ਹੈ, ਤਖਤਾਂ ਦੇ ਜਥੇਦਾਰ ਇਹਨਾਂ ਦੇ ਖੀਸਿਆਂ 'ਚੋਂ ਨਿਕਲਦੇ ਆ, ਪ੍ਰਧਾਨ ਇਹਨਾਂ ਦੇ ਲਿਫਾਫਿਆਂ 'ਚੋਂ ਨਿਕਲਦੇ ਆ। ਉਸ ਵਕਤ ਤਾਂ ਇਹੀ ਬਾਦਲ ਕੇ ਇਹਨਾਂ ਸਿੰਘਾਂ ਨੂੰ ਅੱਤਵਾਦੀ, ਖਾਲਿਸਤਾਨੀ, ਖਾੜਕੂ, ਕਾਤਲ, ਕਈ ਤਰ੍ਹਾਂ ਦੇ ਇਹਨਾਂ ਦੇ ਉੱਤੇ ਇਲਜ਼ਾਮ ਲਾ ਕੇ ਭੱਦੀ ਸ਼ਬਦਾਵਲੀ ਵਰਤਦੇ ਰਹੇ। ਅੱਜ ਇਹ ਕੇਵਲ ਡਰਾਮਾ ਕਰ ਰਹੇ ਆ ਕਿ ਬਾਦਲ ਦਲੀਆਂ ਨੂੰ ਆਕਸੀਜਨ ਦੇ ਕੇ ਕੌਮਾਂ 'ਚੋਂ ਕਿਸੇ ਤਰ੍ਹਾਂ ਕੱਢਿਆ ਜਾਏ। ਤੇ ਅਸੀਂ ਸਿੱਖ ਪੰਥ ਨੂੰ ਅਪੀਲ ਕਰਾਂਗੇ ਕਿ ਸਿੱਖ ਪੰਥ ਆਪ ਸਿੱਧੇ ਤੌਰ ਤੇ ਆਵਾਜ਼ ਦੇਵੇ ਕੇਂਦਰ ਸਰਕਾਰ ਨੂੰ ਵੀ ਜੇ ਤੁਸੀਂ ਸਾਡੇ ਸਰਹੱਦੀ ਲੋਕਾਂ ਦੀਆਂ ਸਮੱਸਿਆਵਾਂ ਨਾ ਸਮਝੀਆਂ ਤੇ ਜਮਹੂਰੀਅਤ ਦਾ ਕਤਲ ਹੋਊ। ਇਸ ਲਈ ਜਮਹੂਰੀਅਤ ਦਾ ਕਤਲ ਨਾ ਹੋਵੇ। ਜਿਨ੍ਹਾਂ ਨੂੰ 32 ਸਾਲ ਹੋ ਗਏ ਜੇਲ੍ਹਾਂ 'ਚ, ਹੁਣ ਕਸਰ ਕਿਹੜੀ ਰਹਿ ਗਈ? ਇਸ ਲਈ ਫਰਾਕ ਦਿਲੀ ਵਿਖਾਓ, ਉਹਨਾਂ ਨੂੰ ਰਿਹਾ ਕਰੋ। ਆ ਜਿਹੜੇ ਵਿਚਲੇ ਵਿਚੋਲੇ ਸਨ, ਦਿੱਲੀ ਜਾ ਕੇ ਸਾਨੂੰ ਅੱਤਵਾਦੀ ਕਹਿੰਦੇ ਸੀ ਤੇ ਪੰਜਾਬ ਆ ਕੇ ਦਿੱਲੀ ਨੂੰ ਅੱਤਵਾਦੀ ਕਹਿੰਦੇ ਸੀ, ਇਹ ਵਿੱਚੋਂ ਕੱਢ ਦਿਓ ਤੇ ਸਿੱਧੇ ਤੁਸੀਂ ਪੰਜਾਬ ਦੇ ਲੋਕਾਂ ਦੀ ਗੱਲ ਸੁਣੋ। ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਅਸੀਂ ਵੀ ਇੱਥੇ 2 ਸਾਲਾਂ ਤੋਂ ਅਰਦਾਸਾਂ ਕਰ ਰਹੇ ਹਾਂ। ਆ ਨਗਰ ਕੀਰਤਨ ਵੀ ਉਹਨਾਂ ਲਈ ਕੱਢ ਰਹੇ ਹਾਂ, ਬੰਦੀ ਸਿੰਘਾਂ ਵਾਸਤੇ। ਤੇ ਸਿੱਖ ਸੰਗਤਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਤੁਸੀਂ ਆਪਣੇ ਤੌਰ ਤੇ ਕੱਲਾ ਜਿਹੜਾ ਬੰਦਾ ਆ ਮੀਡੀਆ ਵਰਤਦਾ ਏ, ਪ੍ਰਧਾਨ ਮੰਤਰੀ ਨੂੰ, ਗ੍ਰਹਿ ਮੰਤਰੀ ਨੂੰ ਸਿੱਧੀ ਮੇਲ ਪਾਓ ਵੀ ਸਾਡੇ ਤੁਸੀਂ ਜਿਹੜੇ ਬੰਦੇ ਨੇ ਉਹਨਾਂ ਨੂੰ ਛੱਡਿਆ ਜਾਏ, ਫਰਾਕ ਦਿਲੀ ਵਿਖਾਓ। ਨਾਲੇ ਤੁਸੀਂ ਕਹਿ ਰਹੇ ਹੋ ਕਿ ਭਾਰਤੀ ਜਮਹੂਰੀਅਤ ਦੇਸ਼ ਦਾ ਇੱਕ ਸੋਮਾ ਹੈ, ਤੇ ਜੇ ਵਾਕਈ ਜਮਹੂਰੀਅਤ ਹੈ ਤੇ ਫਿਰ ਵਿਤਕਰਾ ਨਾ ਕਰਕੇ ਉਹਨਾਂ ਦੀ ਰਿਹਾਈ ਕਰੋ ਔਰ ਇਹਨਾਂ ਵੱਲ ਤਵੱਜੋ ਨਾ ਦਿਓ। ਇਹ ਉਦੋਂ ਡਰਾਮਾ ਕਰਕੇ ਸਿੱਖ ਵਿਰੋਧੀ ਤਾਕਤਾਂ ਨੂੰ ਖੁਸ਼ ਰੱਖਦੇ ਸੀ, ਹੁਣ
ਡਰਾਮਾ ਕਰਕੇ ਸਿੱਖਾਂ ਨੂੰ ਖੁਸ਼ ਕਰਕੇ ਤੇ ਹੁਣ ਦੂਜੇ ਬੰਨੇ ਵਿਰੋਧੀ ਹੋਣ ਦਾ ਢੋਂਗ ਕਰਦੇ ਪਏ ਆ। ਇਸ ਲਈ ਇਹਨਾਂ ਦੇ ਡਰਾਮਿਆਂ ਤੋਂ ਬਚਿਓ। ਇਹ ਚਾਹੁੰਦੇ ਤਾਂ ਇੰਨੇ ਸਾਲ ਨਿਕਲਨੇ ਨਹੀਂ ਸੀ। ਇਹ ਚਾਹੁੰਦੇ ਉਹਨਾਂ ਨੂੰ ਇੱਥੋਂ ਤੱਕ ਜਾਣ ਦੀ ਲੋੜ ਨਹੀਂ ਸੀ। ਇਹਨਾਂ ਲੋਕਾਂ ਨੇ ਸਮੇਂ ਬਣਾਏ, ਅਕਾਲ ਤਖਤ ਢੱਠੇ, ਸਿੱਖ ਨੌਜਵਾਨ ਮਾਰੇ ਗਏ। ਮਜਬੂਰਨ ਉਹਨਾਂ ਨੇ ਸੰਘਰਸ਼ੀ ਹੋ ਕੇ ਜਦੋਂ ਘਰ ਪਰਿਵਾਰ ਉਜੜੇ, ਉਹਨਾਂ ਨੂੰ ਇਹਨਾਂ ਰਾਹਾਂ 'ਤੇ ਤੋਰਨ ਲਈ ਵੀ ਇਹੀ ਲੋਕ ਜ਼ਿੰਮੇਵਾਰ ਨੇ। ਇਸ ਲਈ ਇਹਨਾਂ ਦੇ ਇਹ ਡਰਾਮਿਆਂ ਤੋਂ ਜ਼ਰੂਰ ਬਚਿਓ। ਇਹਨਾਂ ਦੇ ਕਾਰਨਾਮੇ ਵੀ ਕਾਲੇ ਨੇ, ਕੰਮ ਵੀ ਕਾਲੇ ਨੇ, ਤੇ ਨਾਂ ਵੀ ਕਾਲੀ ਦਾਲੀ ਹੈ। ਤੇ ਹੁਣ ਅੱਗੇ ਚੋਲੇ ਵੀ ਕਾਲੇ ਪਾਈ ਫਿਰਦੇ ਦੇ ਤੇ ਮਲੀ ਵੀ ਕਾਲਕ ਫਿਰਦੇ ਨੇ। ਇਸ ਲਈ ਇਹਨਾਂ ਤੋਂ ਜਿੰਨਾ ਬਚਿਆ ਜਾਏ ਪੰਥ ਇਹਨਾਂ ਦਾ ਬਾਈਕਾਟ ਕਰੇ। ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਪੇਸ਼ਕਸ਼ ਦੇ ਵਿੱਚ ਇਹ ਨਹੀਂ ਦਿਓ ਇਜਾਜ਼ਤ। ਸ਼ੁਕਰੀਆ।